फिर संकट जोन गर्भ न आयो। मैं नाही कछौ नहीं किछ आह न मोरा। अवसर लज्जा राख ले सदना जन तोरा। जागत जोत सतगुरु धन श्री गुरु ग्रंथ साहिब पातशाह जी की पावन हजूरी विच 8वें गुरु नानक पातशाह की रब्बी जोत नाल प्रकाशे हुए धन गुरु हरकृष्ण साहिब महाराज दे पावन चरण छो प्राप्त गुरु अस्थान गुरुद्वारा बंगला साहिब विखे महाराज के दरबार दियां हाज़रियां परदियां अते देश विदेश के विच इस सत्संगी लाहे दे लई जुड़ बैठे समूह गुरमुख प्यारे सत्संगी जनों, सरबंस दानी अमृत के दाते धन श्री गुरु गोबिंद सिंह साहिब पातशाह जी की बख्शिश की गुरफतेह सांझी करिए जी। वाहिगुरु जी का खालसा वाहिगुरु जी की फतेह। जीवन दियां लंघ रहियां घड़ियां नूं सतगुरु जी दे रूहानी ज्ञान दे राहीं वाहिगुरु जी की बख्शिश झोली पाउण वास्ते सफलियां करन लई ये जो अज सानू गुरु दर ते आयां नूं अमृत बचन रूप उपदेश प्राप्त होया। पंचम गुरुदेव धन श्री गुरु अर्जुन देव जी महाराज के पावन मुखार बिंद तो उचारण किया होया ते उन्हां द्वारा ही श्री गुरु ग्रंथ साहिब विच माज राग दे 12वां सिरलेख दे विच संग्रहित किया। ए दिन ते रात जेड़े सूरज नाल संबंधित ने, सूरज अपनी चाल चलदा उस करता पुरख वाहिगुरु जी की अनंत असीम रचना का एक हिस्सा वाहिगुरु जी की हुक्मी कार निभाउंदियां होयां इस धरती ते नज़र आउंदा असीं कहने आ सूरज चढ़ गया, ओले हो जांदा असीं कहने आ सूरज छिप गया। ओदे धरती दे उपर उदय होण नाल प्रकाश हुंदा चानना हो जांदा, अस्त हो जाण नाल छिप जाण नाल हनेरा हो जांदा। इहनूं असीं दिन ते रात दे रूप विच सुनते विचारते हाँ, महसूस करते हाँ। इसे ही दिन ते रात की चाल नूं अगे विचारवाना ने थित्तां घड़ियां पलां पैरियां दिन ते रात ते फिर वारां दे विच जिन्हों असी ऐतवार सोमवार मंगलवार कहने 7 वार उन्हां दे विच फिर महीने ते फिर साल फिर सदियां ते फिर युग इस तरह के नाम दे के इसनूं समय दा काल चक्कर आखिया। सूरज नूं देवता मनदियां होयां बहुत वड्डी समर्था शक्ति का मालिक मानदियां होयां हिंदुस्तान दे विच मनुखी समाज दे अंदर धार्मिक कहाउण वाले व्यक्तियां ने इस दी पूजा मानता का विधि विधान चला दिता। इस दी पूजा मानता दे पिछे इहदे नाम ते पूजा पुन दान इत्यादि कर्म करन दे पिछे मानसिकता ये काम करदी। ये सूरज देवता
ਜਿਹੜਾ ਸਾਡੇ ਨਾਲੋਂ ਅਨੰਤ ਅਨੰਤ ਗੁਣਾ ਸਮਰੱਥ ਹੈ, ਸਾਡੀ ਸਮਝ ਇਹਦੇ ਉੱਤੇ ਸਾਡੀ ਮਰਜ਼ੀ ਅਨੁਸਾਰ ਲਾਗੂ ਨਹੀਂ ਹੁੰਦੀ। ਤੇ ਸਾਡੇ ਅੰਦਰ ਜਿਹੜੀਆਂ ਦੋ ਬਿਰਤੀਆਂ ਪਈਆਂ, ਡਰ ਤੇ ਲਾਲਚ ਦੀਆਂ, ਅਸੀਂ ਡਰਦੇ ਹਾਂ ਸਾਡੇ ਨਾਲੋਂ ਤਾਕਤਵਰ ਕੋਈ ਸਾਡਾ ਨੁਕਸਾਨ ਨਾ ਕਰ ਦੇਵੇ। ਇਸ ਕਰਕੇ ਉਸ ਤਾਕਤਵਰ ਨੂੰ ਖੁਸ਼ ਪ੍ਰਸੰਨ ਰੱਖਣ ਲਈ ਅਸੀਂ ਬਹੁਤ ਸਾਰੇ ਅਡੰਬਰ ਰਚਾਉਂਦੇ ਹਾਂ, ਚਾਪਲੂਸੀ ਕਰਦੇ ਹਾਂ, ਹੋਰ ਬਹੁਤ ਕੁਝ ਕਰਦੇ ਹਾਂ। ਦੇਵੀ ਦੇਵਤੇ ਮਿੱਥ ਕੇ ਸੂਰਜ ਤੋਂ ਤੇ ਹੋਰ ਦੇਵਤਿਆਂ ਤੋਂ ਸਾਨੂੰ ਨੁਕਸਾਨ ਨਾ ਹੋਵੇ, ਸਾਡੇ ਜੀਵਨ ਵਿੱਚ ਔਕੜਾਂ ਵਿਘਨ ਨਾ ਆਉਣ, ਉਹਨਾਂ ਦੀ ਪੂਜਾ ਪ੍ਰਸਤਿਸ਼ ਦਾ, ਉਹਨਾਂ ਨੂੰ ਨਮਸਕਾਰ ਕਰਨ ਦਾ, ਉਹਨਾਂ ਦੇ ਨਾਮ 'ਤੇ ਪੁੰਨ ਦਾਨ ਕਰਨ ਦਾ, ਤੀਰਥਾਂ 'ਤੇ ਆਉਣ ਜਾਣ ਦਾ ਵਿਧੀ ਵਿਧਾਨ ਬਣਾ ਦਿੱਤਾ ਗਿਆ। ਡਰ ਦੀ ਬਿਰਤੀ ਨੇ ਸਾਨੂੰ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣਾਉਣ ਦੀ ਰੁਚੀ ਪੈਦਾ ਕੀਤੀ। ਇਹਦੇ ਨਾਲ ਨਾਲ ਦੂਸਰੀ ਬਿਰਤੀ ਸਾਡੇ ਅੰਦਰ ਸਾਡੇ ਰਚਨਹਾਰ ਨੇ ਪਾਈ, ਲਾਲਚ ਦੀ। ਅਸੀਂ ਹਰ ਵੇਲੇ ਕਿਸੇ ਨਾ ਕਿਸੇ ਇੱਛਾ ਦੇ ਵਿੱਚ, ਕਾਮਨਾ ਦੇ ਵਿੱਚ ਜਿਉਂਦੇ ਹਾਂ। ਇਹ ਮਿਲ ਜਾਵੇ, ਉਹ ਮਿਲ ਜਾਵੇ, ਇਹ ਸਾਡੇ ਕੋਲ ਆ ਜਾਵੇ, ਉਹਦੇ ਕੋਲ ਹੈ, ਮੇਰੇ ਕੋਲ ਨਹੀਂ, ਉਹ ਤੋਂ ਘੱਟ ਹੈ, ਹੋਰ ਮਿਲ ਜਾਵੇ। ਇਹ ਜਿਹੜੀ ਲਾਲਚ ਦੀ ਬਿਰਤੀ ਹੈ, ਇਸ ਦੀ ਪੂਰਤੀ ਦੇ ਵਾਸਤੇ ਜਦੋਂ ਸਾਡੀ ਸਮਝ ਸਮਰੱਥਾ ਨਹੀਂ ਕੰਮ ਕਰਦੀ, ਤਾਂ ਅਸੀਂ ਫਿਰ ਆਪਣੇ ਤੋਂ ਜ਼ਿਆਦਾ ਤਾਕਤਵਰ ਦੇ ਸਨਮੁਖ ਝੁਕਦੇ, ਉਹਦੀ ਖੁਸ਼ੀ ਲੈਣ ਲਈ, ਉਹਦੇ ਕੋਲੋਂ ਉਹਦੀ ਸਮਰੱਥਾ ਅਨੁਸਾਰ ਫਲ ਲੈਣ ਲਈ ਅਸੀਂ ਉਹਦੀ ਪੂਜਾ ਮਾਨਤਾ ਕਰਦੇ। ਤੋ ਡਰ ਤੇ ਲਾਲਚ ਦੀਆਂ ਬਿਰਤੀਆਂ ਸਾਡੇ ਕੋਲੋਂ, ਸਾਡੇ ਨਾਲੋਂ ਜ਼ਿਆਦਾ ਤਾਕਤਵਰ ਜੋ ਵੀ ਹੈ, ਭਾਵੇਂ ਮਨੁੱਖੀ ਸਮਾਜ ਦੇ ਮਨੁੱਖ ਨੇ, ਵੱਡੀਆਂ ਪਦਵੀਆਂ 'ਤੇ ਬੈਠੇ, ਕਲਮਾਂ ਦੀ ਤਾਕਤ ਹੈ ਉਹਨਾਂ ਕੋਲ, ਜਾਂ ਹੋਰ ਕਿਸੇ ਕਿਸਮ ਦੀ ਤਾਕਤ ਹੈ, ਅਸੀਂ ਉਹਨਾਂ ਨੂੰ ਖੁਸ਼ ਕਰਨ ਦੀ ਹਮੇਸ਼ਾ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ। ਇਹ ਸਾਡਾ ਨੁਕਸਾਨ ਨਾ ਕਰ ਦੇਣ ਤੇ ਇਹਨਾਂ ਕੋਲੋਂ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੁੰਦਾ ਰਹੇ। ਇਸ ਗਰਜ਼ ਦੇ ਅਧੀਨ, ਇਸ ਸੋਚ ਦੇ ਅਧੀਨ ਅਸੀਂ ਦੁਨੀਆ ਦੇ ਵਿੱਚ ਦੂਜਿਆਂ ਦੀ ਚਾਪਲੂਸੀ ਕਰਦੇ, ਰੱਬ ਦੇ ਅੱਗੇ, ਦੇਵੀ ਦੇਵਤਿਆਂ ਦੇ ਅੱਗੇ ਝੁਕਦੇ, ਉਹਨਾਂ ਦੇ ਨਾਮ 'ਤੇ ਪੁੰਨ ਦਾਨ ਕਰਦੇ, ਹੋਰ ਕਈ ਤਰ੍ਹਾਂ ਦੇ ਪੂਜਾ ਦੇ ਰੂਪ ਵਿੱਚ ਕਰਮਕਾਂਡ ਕਰਦੇ। ਸੂਰਜ ਦੇਵਤੇ ਦੇ ਪ੍ਰਤੀ ਵੀ ਇਸੇ ਤਰੀਕੇ ਦੀ ਭਾਵਨਾ ਪ੍ਰਚਲਿਤ ਚਲੀ ਆਈ ਹੈ। ਅਸੀਂ ਗੁਰੂ ਕੇ ਕਹਾਉਣ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਇਸ਼ਟ ਮੰਨਿਆ, ਆਪਣਾ ਲੋਕ ਪਰਲੋਕ ਦਾ ਸੁਖ ਦਾਤਾ ਮੰਨਿਆ, ਆਪਣੇ ਜੀਵਨ ਦਾ ਗਿਆਨ ਦਾਤਾ, ਗਾਡੀ ਰਾਹ ਮੰਨਿਆ, ਸਾਡੇ ਲਈ ਗੁਰੂ ਸਾਹਿਬ ਨੇ ਕੀ ਉਪਦੇਸ਼ ਕੀਤਾ ਹੈ, ਸਾਡਾ ਧਿਆਨ ਇਸ ਪਾਸੇ ਸਾਨੂੰ ਲਿਆਉਣ ਦੀ ਲੋੜ ਹੈ। ਸਾਡੇ ਗੁਰੂ ਸਾਹਿਬਾਨ ਨੇ ਇਹ ਲੋਕ ਸੁਖੀਆ ਬਣਾਉਣ ਵਾਸਤੇ ਤੇ ਪਰਲੋਕ ਸੁਹੇਲਾ ਬਣਾਉਣ ਵਾਸਤੇ ਜਿਹੜੀ ਜੀਵਨ ਜੁਗਤ ਦਿੱਤੀ ਹੈ, ਜਿਸ ਸੋਚ ਦੇ ਅਧੀਨ ਅਸੀਂ ਇਹ ਜੀਵਨ ਦਾ ਲੰਘ ਰਿਹਾ ਸਮਾਂ ਗੁਜ਼ਾਰਨਾ ਹੈ, ਉਹ ਮਤ ਜਿਸ ਨੂੰ ਅਸੀਂ ਗੁਰਮਤ ਆਖਦੇ ਹਾਂ, ਉਹ ਕੀ ਕਹਿੰਦੀ ਹੈ? ਇੱਥੇ ਮਹਾਰਾਜ ਕਹਿੰਦੇ, ਜਿਨ੍ਹਾਂ ਦਾ ਅਸੀਂ ਸੂਰਜ ਦੇ ਨਾਲ ਸੰਬੰਧ ਜੋੜ ਕੇ ਵੱਖਰਾ ਵੱਖਰਾ ਨਾਮਕਰਨ ਕੀਤਾ ਹੈ, ਮਹੀਨਿਆਂ ਦੇ ਰੂਪ ਵਿੱਚ, ਵਾਰਾਂ ਦੇ ਰੂਪ ਦੇ ਵਿੱਚ, ਥਿੱਤਾਂ ਘੜੀਆਂ ਦੇ ਰੂਪ ਵਿੱਚ, ਵਧੀ ਸੁਧੀ ਦੇ ਰੂਪ ਵਿੱਚ, ਇਹ ਜਿਹੜਾ ਜੀਵਨ ਦਾ ਲੰਘ ਰਿਹਾ ਸਮਾਂ ਹੈ, ਮਹਾਰਾਜ ਕਹਿੰਦੇ ਇਹ ਤੇ ਚੱਲੀ ਜਾਣਾ ਹੈ। ਸੂਰਜ ਜਿਹੜਾ ਉਸ ਕਰਤੇ ਦੀ ਕਿਰਤ ਹੈ, ਹੋਰ ਇਹ ਦਿਸਦਾ ਅਣਦਿਸਦਾ ਪਸਾਰਾ ਜਿਹੜਾ ਹੈ, ਇਹ ਸਾਡੇ ਨਾਲੋਂ ਕਿਤੇ ਜ਼ਿਆਦਾ ਸ਼ਕਤੀਵਾਨ ਹੋ ਸਕਦਾ ਹੈਗਾ, ਪਰ ਇਸ ਦੇ ਉੱਤੇ ਵੀ, ਇਹਨਾਂ ਦੇਵੀ ਦੇਵਤਿਆਂ ਦੇ ਉੱਤੇ ਵੀ ਇਹ ਨਜ਼ਰ ਆਉਂਦੀਆਂ ਅਨੰਤ ਸ਼ਕਤੀਆਂ ਵਾਲੇ ਪਲੈਨਟ, ਗ੍ਰਹਿ,
इन्हां दे उत्ते भी एक महाशक्ति है। गुरुदेव कहंदे नौकरां चाकरां नाल की जुड़ना होया भाई, सीधे बादशाह नाल जुड़ो, मालक नाल जुड़ो। ये ठीक है कि उन्हां दी शक्ति तुहाडे नालों ज़्यादा अनंत गुणा ज़्यादा हो सकती है। पर एक गल याद रखियो, चाकर वो भी ने ते चाकर तुसीं भी हो। वो भी उस मालक दे चाकर ने, उहदे हुक्मी बंदे ने, उहदे हुक्म विच चल रहे ने। भावें जिन्नी मर्जी तुहाडे नालों वध उन्हां दी समर्थ है, ते चाकर तुसीं भी हो। सिर्फ तुहाडी समर्था दा ते उन्हां दी समर्था दा फर्क मात्रा दा है। ते जे चाकरी ही करनी है तां गुरुदेव जी कहंदे ओदी करो जिहदे सारे चाकर ने। चाकरां दा चाकर काहनूं बनना है, मालक दा चाकर बणीए। ये उस गुरमत जुगत दा, उस ज्ञान दा, उस सोझी दा एक हिस्सा है जिहड़ा महाराज सानू पूर्ण गुरबाणी दे विच, संपूर्ण गुरु ग्रंथ साहिब विच बार बार कई ढंगां नाल समझाउंदे है। ਉਹਦੇ ਵਿੱਚੋਂ ही एक जुगत है, इस समय दे काल चक्कर नाल जुड़ी हुई दिन ते रात दी चाल दी, जिन्हों विद्वानां ने अगों फिर राशियां महीनिਆਂ ਦੇ ਵਿੱਚ ਵੰਡਿਆ। ਤੇ ਹਿੰਦੁਸਤਾਨੀ ਧਰਮ ਪਰੰਪਰਾ ਦੇ ਵਿੱਚ ਸੂਰਜ ਨੂੰ 33 ਕਰੋੜ ਦੇਵਤਿਆਂ ਵਿੱਚੋਂ ਇੱਕ ਮਹਾਨ ਦੇਵਤਾ ਮੰਨਦਿਆਂ ਹੋਇਆਂ ਇਸ ਨੂੰ इस तरीके नाल बयान किया कि ये 12 इस काल चक्कर विच 12 घरां दे विच रहिंदा। उहनूं राशि आखिया। राशि एक राशि दे विच, एक घर दे विच एक महीना रहिंदा। 12 महीने उन्हां 12 राशियां दे नाम ते इस तरीके नाल मिथ लए गए ते उन्हां दा फिर अगों नामकरण कर दिता गया। 12 नाम महीनिਆਂ ਦੇ ਇੱਥੇ ਨਿਸ਼ਚਿਤ ਕਰ ਦਿੱਤੇ ਗਏ। ਸੰਸਕ੍ਰਿਤ ਵਿੱਚ, ਹਿੰਦੀ ਵਿੱਚ ਉਹਨਾਂ ਦੇ ਵੱਖਰੇ ਵੱਖਰੇ ਨਾਮ, ਉਹਨਾਂ ਹੀ ਨਾਮਾਂ ਦੇ ਆਧਾਰ ਤੇ ਮੌਸਮ ਬਦਲਦੇ ਜਿਵੇਂ ਜਿਵੇਂ ਪੂਜਾ ਵਿਧੀ ਵਿਧਾਨ ਬਣਾਤਾ ਗਿਆ। ਗੁਰੂਦੇਵ ਕਹਿੰਦੇ ਆਓ ਮੈਂ ਤੁਹਾਨੂੰ ਉਸ ਸਾਰੀ ਕਾਇਨਾਤ ਦੇ ਮਾਲਕ ਨੂੰ ਪ੍ਰਸੰਨ ਕਰਨ ਦੀ ਜਾਚ ਸਿਖਾਵਾਂ। ਮੈਨੂੰ ਪਤਾ ਹੈ ਤੁਹਾਡੇ ਅੰਦਰ ਇਹ ਡਰ ਤੇ ਲਾਲਚ ਦੀਆਂ ਬਿਰਤੀਆਂ ਪਈਆਂ ਨੇ, ਔਰ ਇਹ ਵੀ ਸੱਚ ਹੈ ਕਿ ਇਹ ਬਿਰਤੀਆਂ ਤੁਹਾਡੀ ਆਪਣੀ ਰਚਨਾ ਨਹੀਂ, ਤੁਹਾਡੀ ਆਪਣੀ ਪੈਦਾਇਸ਼ ਨਹੀਂ। ਜਿਵੇਂ ਤੁਹਾਡਾ ਜੀਵਨ ਤੁਹਾਡੀ ਮਰਜ਼ੀ ਨਾਲ ਹੋਂਦ ਵਿੱਚ ਨਹੀਂ ਆਇਆ, ਐਵੇਂ ਹੀ ਇਹ ਬਿਰਤੀਆਂ ਜਿਹੜੀਆਂ ਨੇ ਇਹ ਵੀ ਤੁਹਾਡੀ ਮਰਜ਼ੀ ਨਾਲ ਹੋਂਦ ਵਿੱਚ ਨਹੀਂ ਆਈਆਂ। ਭਾਵੇਂ ਉਹ ਡਰ ਹੈ, ਭਾਵੇਂ ਲਾਲਚ ਹੈ, ਤੇ ਭਾਵੇਂ ਹੋਰ ਬਿਰਤੀਆਂ ਨੇ। ਵਾਹਿਗੁਰੂ ਜੀ ਨੇ ਆਪਣੀ ਲੀਲਾ ਵਿੱਚ, ਆਪਣੀ ਮੌਜ ਵਿੱਚ ਇਹ ਬਿਰਤੀਆਂ ਪਾ ਦਿੱਤੀਆਂ ਸਾਡੇ ਅੰਦਰ। ਗੁਣ ਔਗਣ ਇਹ ਸਾਰੇ ਵਾਹਿਗੁਰੂ ਜੀ ਨੇ ਸਾਡੇ ਅੰਦਰ ਪਾ ਦਿੱਤੇ। ਔਗਣੀ ਭਰਪੂਰ ਹੈ, ਗੁਣ ਭੀ ਵਸੈ ਨਾਲ। ਇਹ ਸੱਚ ਹੈ ਸਾਡੇ ਜੀਵਨ ਦਾ, ਜਿਹੜਾ ਮਹਾਰਾਜ ਬਾਰੰਬਾਰ ਬਾਣੀ ਰਾਹੀਂ ਪ੍ਰਗਟ ਕਰਦੇ ਕਿ ਭਾਈ ਗੁਣਾ ਔਗਣਾ ਦੇ ਨਾਲ ਸਾਡੇ ਜੀਵਨ ਦੀ ਹੋਂਦ ਵਾਹਿਗੁਰੂ ਜੀ ਨੇ ਬਣਾਈ ਹੈ। ਇਹਦੇ ਵਿੱਚ ਇਹ ਬਿਰਤੀਆਂ ਨੇ, ਡਰ ਦੀ ਬਿਰਤੀ ਹੈ, ਲਾਲਚ ਦੀ ਬਿਰਤੀ ਹੈ, ਅਸੀਂ ਖੁਦ ਗਰਜ਼ ਹਾਂ, ਅਸੀਂ ਮੌਕਾ ਪ੍ਰਸਤ ਹਾਂ, ਅਸੀਂ ਡਰੇ ਹੋਏ ਹਾਂ, ਅਸੀਂ ਬਹੁਤ ਕੁਛ ਅਜੀਬੋ ਗਰੀਬ ਹੈਰਾਨ ਕੁਨ ਸਾਡੇ ਜੀਵਨ ਦੇ ਵਿੱਚ ਹੈ। ਪਰ ਇਹ ਹੈ, ਇਹਨੂੰ ਸੱਚ ਨੂੰ ਪ੍ਰਵਾਨ ਕਰਕੇ ਮਹਾਰਾਜ ਕਹਿੰਦੇ ਇਹਦੇ ਪਿੱਛੇ ਕੰਮ ਕਰਦੀ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਮਝਦਿਆਂ ਅੱਗੇ ਤੁਰੀਏ। ਅੱਗੇ ਤੁਰਨਾ ਕੀ ਹੈ? ਜਿਹਨੂੰ ਮਹਾਰਾਜ ਕਹਿੰਦੇ ਅਗਾਹਾਂ ਕੂ ਤਰਾਂਗ, ਪਿੱਛਾਂ ਫੇਰਨਾ ਮੋਢੜਾ। ਅੱਗੇ ਵਧੋ। ਹੈਗੀਆਂ ਨੇ ਡਰ ਤੇ ਲਾਲਚ ਦੀਆਂ ਬਿਰਤੀਆਂ, ਪਰ ਇੱਕ ਬਿਰਤੀ ਹੋਰ ਵੀ ਹੈ, ਉਹ ਹੈ ਪਿਆਰ ਦੀ ਬਿਰਤੀ, ਜਿਹੜੀ ਡਰ ਤੇ ਲਾਲਚ ਤੋਂ ਅੱਗੇ ਦੀ ਬਿਰਤੀ ਹੈ। ਜੇ ਉਹ ਬਿਰਤੀ ਕਿਤੇ
ਸਾਡੇ ਧਿਆਨ ਵਿੱਚ ਆ ਜਾਵੇ, ਸਹੀ ਅਰਥਾਂ ਵਿੱਚ ਸਾਡੇ ਧਿਆਨ ਵਿੱਚ ਆ ਜਾਏ ਤੇ ਉਹ ਪਰਪੱਕ ਹੋ ਜਾਏ, ਤਾਂ ਮਹਾਰਾਜ ਕਹਿੰਦੇ ਇਹ ਡਰ ਤੇ ਲਾਲਚ ਦੀਆਂ ਬਿਰਤੀਆਂ ਪਿੱਛੇ ਰਹਿ ਜਾਂਦੀਆਂ ਨੇ। ਜਦੋਂ ਪਿਆਰ ਵਾਲੀ ਬਿਰਤੀ ਪਰਪੱਕ ਹੋ ਜਾਏ, ਪਿਆਰ ਵਾਲੀ ਅਵਸਥਾ ਸਾਡੀ ਕਿਤੇ ਬਣ ਜਾਵੇ, ਤਾਂ ਫਿਰ ਨਾ ਤੇ ਸਾਨੂੰ ਕਿਸੇ ਚੀਜ਼ ਦੇ ਖੁੱਸਣ ਦਾ ਡਰ ਰਹਿੰਦਾ ਹੈ, ਨਾ ਪ੍ਰਾਪਤੀ ਦੀ ਲਾਲਚ ਵਾਲੀ ਤਮਾ ਤ੍ਰਿਸ਼ਨਾ ਰਹਿੰਦੀ ਹੈ। ਪਿਆਰ ਦੇ ਵਿੱਚ ਤਾਂ ਮਹਾਰਾਜ ਕਹਿੰਦੇ ਨਿਸ਼ਕਾਮਤਾ ਆ ਜਾਂਦੀ ਹੈ, ਜਿਹਨੂੰ ਕਬੀਰ ਜੀ ਬਾਣੀ ਵਿੱਚ ਕਹਿੰਦੇ ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮੈਂ ਹੋਰ ਲੰਬਾ ਲੰਬਾ ਜੀਵਨ ਜਿਉਂਦਾ ਰਵਾਂ, ਮੁੱਕਿਆ ਹੀ ਨਾ ਮੇਰਾ ਜੀਵਨ ਕਦੀ ਵੀ, ਇਹ ਲਾਲਸਾ ਨਹੀਂ। ਤੇ ਨਾ ਹੀ ਮੈਂ ਮਰ ਜਾਵਾਂਗਾ, ਮੈਂ ਮੁੱਕ ਜਾਵਾਂਗਾ, ਇਹ ਕੀ ਹੋਏਗਾ। ਉਹ ਮੌਤ ਦਾ ਨਾਮ ਸੁਣ ਕੇ ਹੀ ਅਸੀਂ ਭੈ ਭੀਤ ਹੋ ਜਾਂਦੇ ਹਾਂ, ਸਹਿਮ ਜਾਂਦੇ ਹਾਂ। ਕਬੀਰ ਜੀ ਕਹਿੰਦੇ ਜਦੋਂ ਤੁਸੀਂ ਪਿਆਰ ਦੀ ਅਵਸਥਾ ਵਿੱਚ ਆਉਂਦੇ ਹੋ ਨਾ, ਤੁਹਾਨੂੰ ਇਹ ਸਰੀਰਕ ਮੌਤ ਭੈ ਭੀਤ ਨਹੀਂ ਕਰਦੀ, ਬਲਕਿ ਇਹ ਸਰੀਰਾਂ ਦਾ ਮਰਨਾ ਤੁਹਾਨੂੰ ਕਰਤਾ ਪੁਰਖ ਦੀ ਰਜ਼ਾ ਦੇ ਵਿੱਚ, ਸਹਿਮ ਦੇ ਵਿੱਚ ਲਿਜਾਣ ਦੀ ਬਜਾਏ ਬੇਪਰਵਾਹੀ ਵਿੱਚ ਲਿਜਾਂਦਾ। ਜਿਹੜਾ ਕਬੀਰ ਜੀ ਕਹਿੰਦੇ, ਕਬੀਰ ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ। ਇਹ ਪਿਆਰ ਦੇ ਵਿੱਚ ਇੱਦਾਂ ਤਬਦੀਲੀਆਂ ਆਉਂਦੀਆਂ ਨੇ, ਮਹਾਰਾਜ ਕਹਿੰਦੇ ਤੁਹਾਡੀਆਂ ਬਿਰਤੀਆਂ ਵਿੱਚ ਇੱਦਾਂ ਤੁਸੀਂ ਅੱਗੇ ਵੱਧਦੇ ਹੋ, ਮਨੋਬਿਰਤੀਆਂ ਕਰਕੇ। ਆਤਮਿਕ ਸਫ਼ਰ ਜਿਹਨੂੰ ਆਖਿਆ ਬਾਣੀ ਵਿੱਚ, ਰੂਹਾਨੀ ਯਾਤਰਾ ਆਖਿਆ, ਅਗਿਆਨ ਤੋਂ ਗਿਆਨ ਤੱਕ ਦੀ ਯਾਤਰਾ ਆਖਿਆ, ਨਾ ਸਮਝੀਆਂ ਤੋਂ ਬੇਸੰਜਮੇਪਣ ਤੋਂ ਸਮਝ ਵਾਲੀ, ਦਾਨੇਪਣ ਵਾਲੀ, ਸੰਜਮ ਵਾਲੀ ਜ਼ਿੰਦਗੀ ਆਖਿਆ। ਮਹਾਰਾਜ ਕਹਿੰਦੇ ਉਹ ਇੱਦਾਂ ਤੁਹਾਡੇ ਜੀਵਨ ਵਿੱਚ ਆਉਂਦੀ ਹੈ। ਹੁਣ 12 ਮਹੀਨਿਆਂ ਦੇ ਨਾਮ ਤੇ ਹਿੰਦੁਸਤਾਨੀ ਧਰਮ ਜੀਵਨ ਜੋਗਤ ਦੇ ਵਿੱਚ ਸੂਰਜ ਦੀ ਪੂਜਾ ਵੱਖਰੇ ਵੱਖਰੇ ਢੰਗਾਂ ਨਾਲ ਹਰ ਮਹੀਨੇ ਵਿੱਚ ਕਰਨ ਦੀ, ਵੱਖਰੇ ਵੱਖਰੇ ਤੀਰਥਾਂ ਤੇ ਜਾਣ ਦੀ ਵਿਧੀ ਜੋਗਤ ਦੱਸ ਦਿੱਤੀ ਗਈ। ਪਿੱਪਲਾਂ ਦੀ ਪੂਜਾ, ਪੰਡਤਾਂ ਨੂੰ ਦਾਨ ਪੁੰਨ, ਫਲਾਣੇ ਤੀਰਥਾਂ ਤੇ ਜਾਣਾ, ਸੂਰਜ ਨੂੰ ਇਸ ਤਰ੍ਹਾਂ ਪਾਣੀ ਚੜਾਉਣਾ ਵਗੈਰਾ ਵਗੈਰਾ। ਗੁਰੂ ਸਾਹਿਬ ਨੇ ਉਹਨਾਂ 12 ਮਹੀਨਿਆਂ ਦੇ ਨਾਮ ਤੇ, ਉਹਨਾਂ 12 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਮੌਸਮ ਦੇ ਅੰਦਰ ਤਬਦੀਲੀ ਆਉਂਦੀ ਹੈ ਸੂਰਜ ਦੀ ਚਾਲ ਨਾਲ, ਇਸ ਧਰਤੀ ਤੇ ਸੂਰਜ ਦਾ ਗਰਮੀ ਦਾ ਪ੍ਰਭਾਵ ਬਣਦਾ ਹੈ, ਵੱਧਦਾ ਘਟਦਾ ਹੈ। ਉਹ ਮੌਸਮ ਜਿਹਨੂੰ ਅਸੀਂ ਗਰਮੀ, ਸਰਦੀ, ਬਰਸਾਤ, ਬਸੰਤ, ਪਤਝੜ ਇਤਿਆਦ ਦਾ ਨਾਮ ਦਿੱਤਾ, ਉਹਦੇ ਵਿੱਚ ਬਹੁਤ ਸਾਰੀਆਂ ਸਾਡੇ ਆਲੇ ਦੁਆਲੇ ਤੇ ਸਾਡੇ ਜੀਵਨ ਵਿੱਚ ਤਬਦੀਲੀਆਂ ਆਉਂਦੀਆਂ ਨੇ। ਪਤਝੜ ਦੇ ਵਿੱਚ ਸਾਰੇ ਦਰਖਤ ਜਿਹੜੇ ਨੇ ਉਹ ਰੁੰਡ ਮੁੰਡ ਹੋ ਜਾਂਦੇ ਹੈ, ਹਰਿਆਵਲ ਨਹੀਂ ਨਜ਼ਰ ਆਉਂਦੀ। ਬਸੰਤ ਆਉਂਦੀ ਹੈ ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ, ਫਲ ਫੁੱਲ ਨਜ਼ਰ ਆਉਂਦੇ ਨੇ, ਪੰਛੀਆਂ ਦੀ ਚਹਿਚਹਾਟ, ਮੌਸਮ ਦੇ ਵਿੱਚ ਇੱਕ ਸੁਹਾਵਣਾਪਣ ਆਉਂਦਾ। ਆਸੇ ਪਾਸੇ ਮਨ ਦੇ ਅੰਦਰ ਵੀ ਦੇਖ ਕੇ ਇਹਨਾਂ ਦ੍ਰਿਸ਼ਾਂ ਨੂੰ ਖੇੜਾ ਆਉਂਦਾ। ਗੁਰੂਦੇਵ ਨੇ ਇਹਨਾਂ ਮੌਸਮਾਂ ਨੂੰ ਆਧਾਰ ਬਣਾ ਕੇ ਸਾਨੂੰ ਆਪਣੇ ਜੀਵਨ ਨੂੰ ਆਨੰਦਮਈ, ਸਦੀਵੀ ਆਨੰਦ ਵਾਲਾ ਅਧਿਕਾਰੀ ਬਣਾਉਣ ਲਈ ਇਹ ਗਾਡੀ ਰਾਹ ਬਖਸ਼ਿਆ। ਅੱਜ ਦੇ ਇਸ ਪਾਵਨ ਬਚਨ ਵਿੱਚ ਜੋ ਫਰਮਾਨ ਸਾਨੂੰ ਕਰਦੇ ਹੈ, ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ, ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਗਰਮੀ ਵਧਣੀ ਸ਼ੁਰੂ ਹੋ ਗਈ ਹੈ, ਤੇ ਜੇਠ ਦੇ ਮਹੀਨੇ ਦੇ ਵਿੱਚ ਗਰਮੀ ਆਪਣੇ ਸਿਖਰ ਤੇ ਚਲੀ ਜਾਂਦੀ ਹੈ। ਸੂਰਜ ਧਰਤੀ ਦੇ ਬਹੁਤ ਨੇੜੇ ਆ ਜਾਂਦਾ ਗ੍ਰਹਿਾਂ ਦੀ ਚਾਲ ਦੇ ਨਾਲ ਨਾਲ, ਤੇ ਉਸ ਸੂਰਜ ਦੀ ਗਰਮੀ ਦੀ ਤਪਸ਼ ਜਿਹੜੀ ਹੈ ਉਹ ਇਸ ਧਰਤੀ ਦੇ ਜੀਵ ਜੰਤੂ ਮਹਿਸੂਸ ਕਰਨ ਲੱਗਦੇ ਹੈ, ਤੇ ਉਹ ਜਿਹੜੀ ਤਪਸ਼ ਹੈ ਉਹ ਸਾਰੇ ਜੀਵ ਜੰਤੂਆਂ ਨੂੰ ਵਿਆਕੁਲ ਕਰਦੀ ਹੈ। ਉਹ ਗਰਮੀ ਬੇਚੈਨ ਕਰਦੀ ਹੈ, ਤੇ ਅਸੀਂ ਸਾਰੇ ਇਸ ਧਰਤੀ ਦੇ ਮਨੁੱਖ ਤੇ ਜੀਵ ਜੰਤੂ ਕਹਾਉਣ ਵਾਲੇ
इस गर्मी तो बचण लई, ठंडक प्राप्त करन लई औड़ पौड़ करते हैं। सरीरक तौर पर बहुत सारे यतन मनुख ने कर लए, बहुत सारे साधन बना लए उस गर्मी तो बचण वास्ते, पर गुरुदेव साडा ध्यान दिवाउंदे है, वो मनुख कहाउण वालिओ, कदी थोड़ा जिहा कुछ मिनट अपने आप नाल बैठ के विचारो। सरीरक गर्मी तो बचण वास्ते, उस गर्मी तो पैदा हुई बेचैनी अशांति तो बचण वास्ते तुसी बहुत सारे साधन कर लैने हो, पखे AC ते होर कई कुछ कर लैने हो, ठीक है, इलाज कर लिया तुसी गर्मी दा, पर कदी आत्म चिंतन करके ये विचारिया कि एसियां दे हुंदियां, पखियां दे हुंदियां, होर ठंडक वाले साधन माणदियां होयां की तुहाडे अंदर दी बेचैनी, तुहाडे अंदर दी अशांति, तुहाडे अंदर दे डर सहम ये AC, ये ठंडक दे साधन मुकाउंदे है। इन्हां दे नाल तुहाडे अंदर दी चिंतातुर बिरती, भटकणा वाली बिरती ये मुकदी है। ते जे नहीं मुकदी, मुकाउणा ते असीं चाहुंदे आ, फिर नहीं चाहुंदे बेचैन हो के जीउणा, अशांत हो के डरे हुए चिंतातुर ते जीउणा नहीं चाहुंदे। ते फिर जे AC साडी इस चिंता दा, इस भटकणा दा, बेचैनी दा इलाज नहीं कर पाउंदा, ते फिर कोई ना कोई इलाज ते लभना पएगा ना। ते अज गुरुदेव, गुरु अर्जन देव महाराज सानू उस साधन वल, उस जुगत वल ध्यान दिवाउंदे है कि भाई ए जेठ दा महीना जिहड़ा आउंदा है ना, जिहदे विच गर्मी अपने पूरे जोबन ते आ जांदी है, इहदे लई ते तुसीं बहुत सारे साधन कर लैंदे हो, तुहानूं लोड़ महसूस हुंदी है, पर एक लोड़ ते तुहाडे अंदर बहुत अनंत जन्मां तो पई है, भावें तुहानूं नहीं पता। आपां इस जन्म दी ही गल महाराज कहंदे कर लईए कि जिहड़ी तुहाडे अंदर आनंद दी, सुख दी तलाश पई है, भुख पई है, ओदी मानसिक आनंद दी प्राप्ति लई तुसीं की साधन कीता? दुनिया दे धन पदार्थ, दुनिया दे सुख साधन तुसीं प्राप्त करके देख लए, तुहाडे आले दुआले लोकां ने प्राप्त करके देख लए, कि उहदे विचों उन्हां नूं पूर्ण तौर ते आनंद मिल गया, कि उन्हां नूं खुशी मिल गई? महाराज कहंदे मैं ते देखिया, मैनूं ते नहीं नज़र आए वो लोग खुशी विच जिउंदे आ, बल्कि मैं ते देखदा कि जिन्हें साधारण लोग झुग्गियां 'च रहण वाले, उन्हां नालों भी ज़्यादा बेचैन अशांत नज़र आए हैं। और इस सच तो मुनकर नहीं होया जा सकता, इहदी व्याख्या की लोड़ नहीं है। ये नज़र आउंदा सच है कि बड़े बड़े अमीर वजीर, वड्डियां वड्डियां पदवियां ते बैठण वाले आम साधारण मनुख नालों ज़्यादा चिंतातर हो के, बेचैन हो के जिउंदे देखे जाते हैं। गुरु अर्जुन देव पातशाह बचन करते हैं, दुनिया दे सुख साधन प्राप्त करो, दुनिया दियां मान पदवियां प्राप्त करो, हंडाओ, ਇਹਦੇ ਨਾਲ ਤੁਹਾਨੂੰ ਸੰਸਾਰਕ ਸੁੱਖ ਮਿਲ ਜਾਣਗੇ, ਸੰਸਾਰਕ ਖੁਸ਼ੀਆਂ ਮਿਲ ਜਾਣਗੀਆਂ। ਪਰ ਇੱਕ ਗੱਲ ਯਾਦ ਰੱਖਿਓ, ਇਹ ਆ ਗਈਆਂ ਚੀਜ਼ਾਂ ਤੁਹਾਨੂੰ ਖੁਸ਼ੀ ਮਿਲੀ ਮਹਿਸੂਸ ਹੋਈ, ਇਹ ਚਲੀਆਂ ਗਈਆਂ ਨਾਲ ਹੀ ਖੁਸ਼ੀ ਵੀ ਲੈ ਜਾਣਗੀਆਂ। ਮਿਲ ਗਿਆ ਕੁਛ, ਤੁਸੀਂ ਖੁਸ਼ ਹੋ ਗਏ, ਲੁੱਡੀਆਂ ਪਾਉਣ ਲੱਗੇ, ਔੜ ਪੌੜ ਕਰਨ ਲੱਗੇ, ਦੁਨੀਆ ਨੂੰ ਦੱਸਣ ਲੱਗੇ, ਆਓ ਮੈਂ ਐਡਾ ਵੱਡਾ ਮਹਿਲਨੁਮਾ ਘਰ ਬਣਾਇਆ, ਮੈਨੂੰ ਹੁਣ ਇਹ ਵੱਡੀ ਪਦਵੀ ਮਿਲ ਗਈ ਹੈ, ਮੇਰੇ ਘਰ ਵਿੱਚ ਇਹ ਧੀਆਂ ਪੁੱਤਰ ਆ ਗਏ ਨੇ, ਮੇਰੇ ਘਰ ਵਿੱਚ ਇਹ ਸੁੱਖ ਸਾਧਨ ਆ ਗਏ ਨੇ, ਆਓ ਮੈਂ ਹੁਣ ਵੱਡਾ ਪ੍ਰੋਗਰਾਮ ਸਮਾਗਮ ਕਰਨ ਲੱਗਾ, ਆਓ ਸਾਰੇ ਚੱਲ ਕੇ। ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ ਕਿ ਮਨੁੱਖੀ ਮਾਨਸਿਕਤਾ ਦਾ ਇਹ ਸੱਚ ਨਹੀਂ ਹੈ ਕਿ ਅਸੀਂ ਬੁਲਾਉਣੇ ਵੀ ਹਾਂ ਆਪਣੀਆਂ ਇਹ ਪ੍ਰਾਪਤੀਆਂ ਨੂੰ ਦਿਖਾਉਣ ਵਾਸਤੇ, ਚਰਚਿਤ ਕਰਨ ਵਾਸਤੇ, ਪਰ ਨਾਲ ਹੀ ਸਹਿਮਦੇ ਵੀ ਹਾਂ ਅਸੀਂ ਕਿ ਕਿਤੇ ਇਹ ਦੇਖਣ ਵਾਲਿਆਂ ਦੀ ਨਜ਼ਰ ਨਾ ਲੱਗ ਜਾਏ।
ਤੇ ਫਿਰ ਉਹਨਾਂ ਦੇ ਉੱਤੇ ਕਾਲੀਆਂ ਤੌੜੀਆਂ ਟੰਗਦੀਆਂ ਲਾਲ ਜੀਭਾਂ ਵਾਲੀਆਂ ਨਿਆਣਿਆਂ ਦੇ ਮੱਥਿਆਂ ਤੇ ਘਰ ਦੀਆਂ ਸੁਆਣੀਆਂ ਮਾਵਾਂ ਟਿੱਕੇ ਕਾਲੇ ਲਾਉਂਦੀਆਂ ਨੇ, ਤੜਾਗੀਆਂ ਪਾਉਂਦੀਆਂ ਨੇ, ਧਾਗੇ ਬੰਨ੍ਹਦੀਆਂ ਨੇ। ਇਹ ਕਿਸ ਮਾਨਸਿਕਤਾ ਦਾ ਪ੍ਰਮਾਣ ਹੈ ਜੀ? ਅੰਦਰੋਂ ਸਹਿਮ ਦਾ, ਅੰਦਰੋਂ ਡਰੇ ਹੋਣ ਦਾ। ਬਾਹਰ ਜਿੰਨਾ ਮਰਜ਼ੀ ਔੜ ਪੌੜ ਕਰ ਲਿਆ, ਵਧੀਆ ਵਧੀਆ ਤੁਸੀਂ ਖਾਣੇ ਬਣਾ ਲਏ, ਵਧੀਆ ਵਧੀਆ ਅਡੰਬਰ ਰਚਾ ਲਏ, ਕਈ ਕੁਛ ਨਾਚ ਗਾਣਿਆਂ ਦਾ ਪ੍ਰਬੰਧ ਵੀ ਕਰ ਲਿਆ, ਅੰਦਰੋਂ ਡਰੇ ਹੋਇਆ। ਸਾਹਿਬ ਜੀ ਕਹਿੰਦੇ ਜਿਹੜਾ ਇਹ ਅੰਦਰ ਦਾ ਡਰ ਹੈ ਨਾ, ਜਿਸ ਨੇ ਸਾਰੇ ਸੰਸਾਰ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ, ਤੇ ਤੁਸੀਂ ਵੀ ਉਹਦੇ ਵਿੱਚ ਹੀ ਭੀੜ ਵਿੱਚ ਸ਼ਾਮਲ ਹੋ। ਆਨੰਦ ਤੇ ਚਾਹੁੰਦੇ ਹੋ, ਨਹੀਂ ਮਿਲ ਰਿਹਾ, ਆਓ ਮੇਰੇ ਕੋਲ ਬੈਠੋ, ਮੈਂ ਤੁਹਾਨੂੰ ਦੱਸਦਾ। ਅੱਜ ਮਹਾਰਾਜ ਉਹ ਕਿਰਪਾ ਕਰਕੇ ਸਾਨੂੰ ਭੇਦ ਸਮਝਾਉਂਦੇ ਨੇ। ਇਹ ਅੰਦਰ ਦਾ ਡਰ ਕਿਵੇਂ ਮੁੱਕਣਾ ਹੈ, ਅੰਦਰ ਦੀਆਂ ਚਿੰਤਾਵਾਂ, ਅੰਦਰ ਦੇ ਸਹਿਮ ਕਿਵੇਂ ਮੁੱਕਣੇ ਨੇ। ਕੁਝ ਵੀ ਨਾ ਹੋਵੇਗਾ ਤੁਹਾਡੇ ਕੋਲ, ਮਹਾਰਾਜ ਕਹਿੰਦੇ ਮੈਂ ਯਕੀਨ ਦਿਵਾਉਣਾ ਤੁਹਾਨੂੰ, ਤੁਹਾਡਾ ਆਨੰਦ ਨਹੀਂ ਗਵਾਚੇਗਾ। ਸੁਖਾਵੀਆਂ ਘਟਨਾਵਾਂ ਤੁਹਾਨੂੰ ਖੁਸ਼ੀ ਦੇਂਦੀਆਂ ਲੱਗਣਗੀਆਂ, ਸੰਤੁਸ਼ਟ ਹੁੰਦੇ ਮਹਿਸੂਸ ਕਰੋਗੇ। ਪਰ ਅਣਸੁਖਾਵੀ ਘਟਨਾ ਵੀ ਜੇ ਤੁਹਾਡੇ ਨਾਲ ਵਾਪਰ ਜਾਵੇ ਨਾ, ਮਹਾਰਾਜ ਕਹਿੰਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ, ਮੇਰਾ ਅਨੁਭਵ ਹੈ, ਤੁਹਾਡਾ ਆਨੰਦ ਨਹੀਂ ਗਵਾਚੇਗਾ। ਔਰ ਆਹੀ ਜੇਠ ਦਾ ਮਹੀਨਾ ਆ ਰਿਹਾ ਹੈ, ਜਿਹੜੇ ਉਪਦੇਸ਼ ਦਾਤਾ ਅੱਜ ਪੰਚਮ ਗੁਰੂਦੇਵ ਗੁਰੂ ਅਰਜਨ ਦੇਵ ਮਹਾਰਾਜ ਸਾਡੀ ਝੋਲੀ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰਦੇ ਹੈ। ਉਹੋ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਇਸ ਸੱਚ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਕੇ ਸਾਡੇ ਸਨਮੁਖ ਰੱਖਦੇ ਹੈ। ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਆਖਦੇ ਹਾਂ। ਇਹੋ ਹੀ ਦਿਨ ਆਉਣੇ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਦੀ ਸ਼ਹਾਦਤ ਦੀ ਯਾਦ ਲਈ ਅਸੀਂ ਇਕੱਠੇ ਹੋਵਾਂਗੇ। ਜਦੋਂ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਾਂਗੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਇਸ ਮਹਾ ਤਪਸ਼ ਵਾਲੇ ਦਿਨਾਂ ਵਿੱਚ ਤੱਤੀ ਤਵੀ ਤੇ ਬੈਠੇ ਸੀ, ਤੱਤੀ ਰੇਤ ਆਪਣੇ ਸਿਰ ਤੇ ਪਵਾ ਰਹੇ ਸੀ। ਸਭ ਕੁਝ ਤੱਤਾ ਹੈ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਵਿੱਚ ਅੰਦਰੋਂ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਸੀਤਲਤਾ ਹੈ, ਠੰਡਕ ਹੈ, ਆਨੰਦ ਹੈ, ਬੇਪਰਵਾਹੀ ਹੈ। ਤੇ ਇਹ ਸੱਚ ਹੈ, ਇਹ ਪਰੀ ਕਹਾਣੀਆਂ ਨਹੀਂ, ਇਹ ਕਾਲਪਨਿਕ ਸਾਖੀਆਂ ਨਹੀਂ, ਵਾਪਰਿਆ ਹੋਇਆ ਸੱਚ ਹੈ। ਤੇ ਅਸੀਂ ਇਸ ਸੱਚ ਦੀ ਯਾਦ ਵਿੱਚ ਜੁੜਦੇ ਹਾਂ ਹਰ ਸਾਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਸਦੀਵੀ ਆਨੰਦ, ਸਦੀਵੀ ਖੁਸ਼ੀ, ਉਹ ਬੇਪਰਵਾਹੀ, ਉਹ ਮਸਤੀ ਹੈ। ਮਹਾਰਾਜ ਕਹਿੰਦੇ ਮੇਰੇ ਕੋਲ ਚੱਲ ਕੇ ਆਉਣ ਵਾਲਿਓ, ਤੁਹਾਡੇ ਅੰਦਰ ਵੀ ਇਹ ਸੰਭਾਵਨਾਵਾਂ ਪਈਆਂ ਨੇ। ਮੈਂ ਤਤੀ ਤਵੀ ਤੇ ਬਿਠਾ ਦਿੱਤਾ ਗਿਆ, ਜ਼ਰੂਰੀ ਨਹੀਂ ਕਿ ਤੁਸੀਂ ਵੀ ਇੱਦਾਂ ਹੀ ਤਤੀ ਤਵੀ ਤੇ ਬਿਠਾ ਦਿੱਤੇ ਜਾਓ, ਪਰ ਇਹ ਤੱਤੀਆਂ ਤਵੀਆਂ ਤੇ ਚੱਲਦੀਆਂ ਰਹਿੰਦੀਆਂ ਨੇ। ਕਦੀ ਕਾਮ ਦੇ ਰੂਪ ਵਿੱਚ ਤੁਹਾਡੇ ਅੰਦਰ ਇਹ ਭੱਠੀ ਕਾਮ ਦੀ ਵਾਸ਼ਨਾਵਾਂ ਦੀ ਤੁਹਾਨੂੰ ਤਪਾਉਂਦੀ ਰਹਿੰਦੀ ਹੈ। ਕਦੀ ਤੁਹਾਡਾ ਕ੍ਰੋਧ ਅੱਗ ਬਣ ਕੇ ਤੁਹਾਨੂੰ ਤੇ ਤੁਹਾਡੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਸਾੜਦਾ ਰਹਿੰਦਾ ਹੈ। ਕਦੀ ਹੰਕਾਰ ਦੇ ਵਿੱਚ, ਕਦੀ ਈਰਖਾ ਦੇ, ਭੱਠੀਆਂ ਤੇ ਤਪਦੀਆਂ ਪਈਆਂ ਤੁਹਾਡੇ ਸਾਰਿਆਂ ਦੇ, ਤਪੇ ਪਏ ਹੋ। ਔਰ ਉਹਦੇ ਲਈ ਕੋਈ ਦੂਜਾ ਜ਼ਿੰਮੇਵਾਰ ਨਹੀਂ, ਤੁਸੀਂ ਆਪ ਜ਼ਿੰਮੇਵਾਰ ਹੋ, ਕਿਉਂਕਿ ਤੁਸੀਂ ਆਪਣੇ ਅੰਦਰ ਦੀਆਂ ਇਹਨਾਂ ਵਿਕਾਰੀ ਬਿਰਤੀਆਂ ਦੇ ਸਾਹਮਣੇ ਰੋਜ਼ ਹਾਰਦੇ ਹੋ। ਰੋਜ਼ ਇਹ ਤੁਹਾਨੂੰ ਆਪਣੇ ਪ੍ਰਭਾਵ ਥੱਲੇ ਲਿਆ ਕੇ ਖੁਆਰ ਕਰਦੀਆਂ, ਬੇਸੰਜਮੇ ਕਰਦੀਆਂ। ਰੋਂਦੇ ਹੋ, ਕੁਰਲਾਉਂਦੇ ਹੋ, ਪਛਤਾਉਂਦੇ ਹੋ, ਪਰ ਪੇਸ਼ ਨਹੀਂ ਜਾਂਦੀ ਤੁਹਾਡੀ ਉਹੀ ਬੇਸੰਜਮਾਪਣ, ਉਹੀ ਨਾ ਸਮਝੀ ਵਾਲੀਆਂ ਸੋਚਾਂ, ਵਿਚਾਰ, ਵਰਤੋਂ ਵਿਹਾਰ, ਉਹੀ ਕਰਨ ਤੁਹਾਡੇ ਜੀਵਨ ਵਿੱਚ ਨਿਰੰਤਰ ਚੱਲਦੇ ਰਹਿੰਦੇ ਹੈ। ਸਵੇਰ ਤੋਂ ਸ਼ਾਮ ਤੱਕ ਤੇ ਰਾਤ ਨੂੰ ਸੌਣ ਤੱਕ ਸੁਪਨਿਆਂ ਵਿੱਚ ਬੜਾ ਬੜਾ ਕੇ ਉੱਠਦੇ ਹੋ। ਮਹਾਰਾਜ ਕਹਿੰਦੇ ਨੀਂਦਾਂ ਹਰਾਮ ਹੋਈਆਂ। ਕਾਰਨ ਕੀ ਹੈ? ਤੁਹਾਡੇ ਆਪਣੇ ਅੰਦਰ ਦਾ ਇਹਨਾਂ ਵਿਕਾਰੀ ਬਿਰਤੀਆਂ ਦੇ ਅਧੀਨ ਬਣਾਇਆ ਹੋਇਆ ਬੇਸੰਜਮਾਪਣ, ਨਾ ਸਮਝੀਆਂ
छोटी छोटी गल अज्ञानता के अधीर सोचनी विचारनी करनी। इत्थे मैं बेनती करिया करदा अपने आप को शामिल करके, बार बार सानू गुरु साहब कहते कदी ते बैठिया करो भाई 5-7 मिनट, दूजियां दे जीवन वाल देख देख के दूजियां दे जीवन की चर्चा करी जाना, किसी की निंदिया, किसी की चुगली, किसी दे ओ अवगण, किसी दे ओ अवगण, सारा दिन तुसी दूजियां दी पराई चर्चा दे विच ही व्यर्थ गवा देने हो। किते अपने आप नाल अपनी चर्चा भी करना सीख लो, अपने आप नाल जुड़ना भी सीख लो, किते अपने आप की पहचान करनी भी सीख लो। महाराज कहते जाच मैं दस देना तुहानू, जिदन तुहानू अपने आप की पछाण करनी आ गई, अपने आपे दा सच तुहानू पता लग गया, तुहाडे जीवन दे रचनहारे दा सच भी तुहानू पता लग जाएगा। तुसी कौन हो, कित्थों आए हो, कौन है तुहानू भेजण वाला, कौन है जिहड़ा तुहाडे अंदर गतिशील हो रहा है, तुहाडे जीवन नू चला रहा है। तुहानू पता लगेगा मेरे कोल बैठिया महाराज कहते सब मैं जोत, जोत है सोए तिसदा चानण, सब मैं चानण होए, सब जोत नाल प्रकाशे होए हो। ये जीवन की होंद जिहड़ी रोज़ गतिशील हुंदी सानू नज़र आउंदी है, महाराज कहते ये पिछे उस जोत की, महाजोत की, परम जोत की, परम आत्मा की शक्ति काम करती है। तो जिदन उन्हें ये जोत खिंच लैनी है ना, उदन तुहाडा जीवन संसारक तौर पर मुक जाना। उस वेले भावें तुसीं चिंता की अवस्था विचों, पछतावे की अवस्था विचों, रोण धोण की अवस्था विचों, यदि किसी ने परवाह नहीं करनी भाई अजे तो मैनू इन्नियां चिंतावां ने घेरिया होया सी, इन्नियां लोड़ां ने घेरिया होया सीगा, अजे तो बनिया ही कख नहीं हैगा, मैं तो आनंदे धोना चाहुंदा सीगा, आनंदे धोना चाहुंदी सी, गल ही नहीं बनी, थोड़ा जिहा समा होर दे दिओ, मतां किते मैनू कोई भेद पता लग जाए। महाराज कहते किहदी उड़ीक करदे पए हो, कोई पता नहीं लगना। इत्थे महीना जेठ दा होवे कि हाड़ दा होवे कि साउण दा होवे, इन्हां उड़ीक करिओ। अज ही हर जेठ जुड़ंदा लोड़ी है। महाराज कहते ऐ लोड़ मैं तुहानू महसूस कराउणी चाहुंदा। दूजियां दुनिया दियां वस्तुआं दी लोड़ महसूस करते हो, कोई गल नहीं। मैं महाराज कहते तुहाडी इस मनोबिरती तो इनकारी नहीं हुंदा। पईयां ने तुहाडे अंदर भुखां वाहिगुरू जी ने पातियां ने, संसारक मान तान, संसारक धन पदार्थ, संसारक धियां पुत्र परिवार, इहदियां लोड़ां तुहाडे अंदर कुदरती तौर ते पईयां ने। करो उद्यम उपराले इन्हां दी पूर्ति वास्ते, पर एक गल याद रखियो, इन्हां दी पूर्ति विच ही लगे रहोगे ते ये भुखां लोड़ां तक सीमित नहीं रहणगियां, ये भुखां तृष्णा बन जांदियां हुंदियां ने। जे तुहानू अंदर दी मन दी आत्मा दी भुख वल ध्यान ना गया, आत्म चिंतन ना कीता, अपने जीवन दा मकसद ना पता कीता, तां महाराज कहंदे इन्हां भुखां ने ते कदी नहीं मुकना, तुसीं मुक जाना। तुहाडे ये शरीरक संसारक सफर ने मुक जाना है। ते जे तुसीं चाहुंदे हो कि ये संसारक शरीरक सफर मुकण तो पहलां पहलां जिहड़ी तुहाडी पहली ते आखिरी लोड़ आनंदमई पलां विच जीवन बसर करन दी, तां उहदे वल फेर ध्यान दिओ। ते अज साडा ध्यान दिवाउंदे है महीना जेठ दा आधार बनाया, जिहड़ा अत दे गर्मी दे मौसम वाला महीना जदों तपश अपने सिखर ते है। महाराज कहंदे ध्यान दिया करो, ये तपश दा महीना केवल बाहरी मौसम करके ही तपाउंदा नहीं पिया, तुहाडे अंदर भी तपश पई है, काम दी, क्रोध दी, लोभ मोह हंकार दी। महाराज कहते ये अग बन के तुहाडे अंदर अग्नियां जला रही ने, तुहाडी शांति नूं खत्म कर रही ने। इस नूं ठंडक विच बदलण लई तुसीं की करो, ऐ लोड़ींदा है। महाराज कहते तुहानू ऐ करना लोड़ींदा है कि हर जेठ जुड़न दा लोड़ी है, जिस अग्गै सब निवन। सारे मत्था टेकदे हो। महाराज कहते रब नूं किसी ना किसी रूप विच ध्याउने हो तुसीं, ठीक है, होणगे रब तो मुनकर भी, पर वो भी
ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਤੋਂ ਜ਼ਿਆਦਾ ਸਮਰੱਥ ਨੂੰ ਤੇ ਤਾਕਤਵਰ ਮੰਨ ਕੇ ਉਹਦੇ ਅੱਗੇ ਝੁਕਦੇ ਹੀ ਨੇ। ਉਹਨਾਂ ਦਾ ਅਫਸਰ ਹੀ ਉਹਨਾਂ ਦਾ ਰੱਬ ਬਣ ਜਾਂਦਾ ਹੈ, ਉਹਨਾਂ ਦਾ ਆਗੂ ਹੀ ਉਹਨਾਂ ਦਾ ਰੱਬ ਬਣ ਜਾਂਦਾ ਹੈ। ਲਫ਼ਜ਼ਾਂ ਵਿੱਚ ਨਾ ਪਈਏ। ਮਹਾਰਾਜ ਕਹਿੰਦੇ ਉਹ ਸਰਬ ਕਲਾ ਸਮਰੱਥ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆ ਝੁਕ ਰਹੀ ਹੈ। ਉਹਦੇ ਸਾਹਮਣੇ ਸਰੀਰਕ ਤੌਰ ਤੇ ਹੀ ਨਾ ਝੁਕੋ, ਸਰੀਰਕ ਤੌਰ ਤੇ ਹੀ ਨਾ ਸੰਬੰਧ ਬਣਾਓ। ਸੂਰਜਾਂ ਦੀ ਪੂਜਾ ਕੇਵਲ ਬਾਹਰੀ ਪੁੰਨ ਦਾਨ ਕਰਮਾਂ ਕਾਂਡਾਂ ਤੱਕ ਸੀਮਤ ਨਾ ਰੱਖੋ, ਜੁੜਨਾ ਸਿੱਖੋ। ਮਹਾਰਾਜ ਕਹਿੰਦੇ ਜੁੜਨਾ। ਤੇ ਮੈਂ ਬੇਨਤੀ ਕਰਾਂ, ਭਾਵਨਾ ਨੂੰ ਸਮਝੀਏ। ਆਪਾਂ ਸਾਰੇ ਗ੍ਰਸਤੀ ਆ, ਕੋਈ ਪਤੀ ਦੇ ਰੂਪ ਵਿੱਚ, ਕੋਈ ਪਤਨੀ ਦੇ ਰੂਪ ਵਿੱਚ। ਅਸੀਂ ਇਸਤਰੀ ਪੁਰਸ਼ ਦੇ ਰਿਸ਼ਤਿਆਂ ਵਿੱਚ ਵੱਜਦੇ ਹਾਂ, ਸੰਬੰਧ ਬਣਾਉਂਦੇ ਹਾਂ, ਜੋੜਦੇ ਹਾਂ ਸੰਬੰਧ। ਤੇ ਭਾਵਨਾ ਕੀ ਹੁੰਦੀ ਹੈ ਜੀ? ਇਹ ਸੰਬੰਧ ਬਣਾਉਂਦੇ ਹਾਂ ਅਸੀਂ ਇੱਕ ਦੂਜੇ ਦੇ ਸਹਿਯੋਗ ਨਾਲ, ਇੱਕ ਦੂਜੇ ਦੇ ਪਿਆਰ ਵਿੱਚ, ਇੱਕ ਦੂਜੇ ਦੇ ਨਾਲ ਸਮਾਂ ਬਤੀਤ ਕਰਦੇ ਹਾਂ, ਆਨੰਦਿਤ ਹੋ ਕੇ, ਖੁਸ਼ ਹੋ ਕੇ, ਸੰਤੁਸ਼ਟੀ ਭਰਿਆ ਜੀਵਨ ਬਤੀਤ ਕਰੀਏ। ਪਰ ਸਾਡੇ ਪੰਜਾਬੀ ਸੱਭਿਆਚਾਰ 'ਚ ਇੱਕ ਕਹਾਵਤ ਹੈ, ਸੁਣੀ ਹੋਣੀ ਤੁਸੀਂ ਸਾਰਿਆਂ ਨੇ ਲਗਭਗ, ਕੌੜਾ ਜਿਹਾ ਸੱਚ। ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ। ਕੀ ਮਤਲਬ ਹੈ ਜੀ ਇਹਦਾ? ਜੋੜੀਆਂ, ਜੋੜੀਆਂ ਦਾ ਮਤਲਬ ਕੀ ਹੈ? ਜੁੜੇ ਹੋਏ। ਇਸਤਰੀ ਤੇ ਪੁਰਸ਼ ਦੇ ਰੂਪ ਵਿੱਚ ਪਤੀ ਪਤਨੀ ਦਾ ਰਿਸ਼ਤਾ ਜੋੜਿਆ। ਸਾਡੇ ਗੁਰੂ ਘਰ ਦੇ ਵਿੱਚ ਵੀ, ਸਿੱਖੀ ਵਿੱਚ ਉਸ ਨੂੰ ਆਨੰਦ ਕਾਰਜ ਆਖਦੇ ਆ। ਉਹ ਕਾਰਜ ਜਿਸ ਦੇ ਕੀਤਿਆਂ ਆਨੰਦ ਮਿਲੇ, ਆਨੰਦ ਕਾਰਜ। ਪਰ ਘੱਟ ਜਾਂ ਵੱਧ ਆਪਾਂ ਮੁਨਕਰ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਇਸ ਨਾ ਸਮਝੀ ਵਿੱਚੋਂ ਉੱਪਰ ਉੱਠ ਕੇ, ਗਰਜ਼ਾਂ ਵਾਲੀ ਬਿਰਤੀ ਤੋਂ ਉੱਪਰ ਉੱਠ ਕੇ ਪਿਆਰ ਵਿੱਚ ਜਿਉਣਾ ਆ ਗਿਆ, ਸਤਸੰਗੀ ਰਿਸ਼ਤੇ ਬਣਾਉਣੇ ਆ ਗਏ। ਉਹਨਾਂ ਨੂੰ ਤੇ ਨਮਸਕਾਰ ਹੈ। ਨਹੀਂ ਤੇ ਸੱਚ ਇਹੋ ਹੀ ਹੈ, ਜੋੜੀਆਂ ਜੱਗ ਥੋੜੀਆਂ। ਜੁੜਨ ਵਾਲੇ ਆਪਸ ਵਿੱਚ ਹੀ ਇਸ ਰਿਸ਼ਤੇ ਵਿੱਚੋਂ ਆਨੰਦ ਦੇ ਨਤੀਜੇ ਮਾਣਨ ਵਾਲੇ ਬਹੁਤ ਥੋੜੇ ਨੇ, ਨਰੜ ਬਥੇਰੇ। ਨਰੜ ਦਾ ਮਤਲਬ ਜਿਹੜੇ ਮਜਬੂਰੀ ਵਸ ਇੱਕ ਦੂਜੇ ਦੇ ਨਾਲ ਬੰਨੇ ਹੋਣ, ਨਰੜਿਆ ਹੋਏ, ਜਿਨ੍ਹਾਂ ਰਹਿਣਾ ਨਹੀਂ ਚਾਹੁੰਦੇ, ਇਕੱਠੇ ਰਹਿਣਾ ਨਹੀਂ ਚਾਹੁੰਦੇ, ਪਰ ਕਿਸੇ ਕਾਰਨ ਮਜਬੂਰੀ ਵਸ ਰਹਿ ਰਹੇ ਨੇ। ਭਾਵੇਂ ਉਹ ਲੋਕਾਚਾਰੀ ਹੈ, ਭਾਵੇਂ ਕੋਈ ਸਰੀਰਕ ਗਰਜ਼ਾਂ ਨੇ ਜਾਂ ਕੋਈ ਹੋਰ ਗਰਜ਼ਾਂ ਨੇ। ਉਹਨਾਂ ਗਰਜ਼ਾਂ ਕਰਕੇ ਇੱਕ ਦੂਜੇ ਨਾਲ ਰਹਿ ਰਹੇ ਨੇ, ਬਸ ਸਮਾਂ ਕੱਟ ਰਹੇ ਨੇ। ਰਹਿਣ ਦੀ ਇੱਛਾ ਕੋਈ ਨਹੀਂ, ਕਿਉਂਕਿ ਗਿਲੇ ਸ਼ਿਕਵਿਆਂ ਨਾਲ ਭਰੇ ਪਏ ਅਸੀਂ। ਪਤਨੀ ਆਪਣੀ ਜਗ੍ਹਾ ਤੇ ਗਿਲੇ ਸ਼ਿਕਵਿਆਂ ਨਾਲ ਭਰੀ ਪਈ ਹੈ, ਪਤੀ ਆਪਣੇ ਜਗ੍ਹਾ ਤੇ ਗਿਲੇ ਸ਼ਿਕਵਿਆਂ ਨਾਲ ਭਰੇ ਪਏ। ਲੜਾਈ ਝਗੜੇ, ਘਰ ਛੱਡ ਕੇ ਭੱਜਣਾ, ਇਹ ਘੱਟ ਵੱਧ ਮਹਾਰਾਜ ਕਹਿੰਦੇ ਇਸ ਸੰਸਾਰ 'ਚ ਮੈਂ ਦੇਖ ਰਿਹਾ। ਤੇ ਸਿਆਣਿਆਂ ਨੇ ਇਹ 'ਚੋਂ ਕਹਾਵਤਾਂ ਬਣਾ ਲਈਆਂ ਕਿ ਮਜਬੂਰੀ ਬਸ ਤੁਸੀਂ ਨਰੜੇ ਪਏ ਹੋ ਇੱਕ ਦੂਜੇ ਨਾਲ। ਉਹ ਨਰੜੇ ਕਿਉਂ ਪਏ ਆ ਜੀ? ਮੈਂ ਪਤੀ ਦੇ ਰੂਪ ਵਿੱਚ ਆਪਣੀਆਂ ਗਰਜ਼ਾਂ ਨਾਲ ਜੁੜਿਆ ਹੋਇਆ, ਖੁਦ ਗਰਜ਼, ਖੁਦ ਦੀਆਂ ਨਿੱਜ ਦੀਆਂ ਗਰਜ਼ਾਂ ਨਾਲ। ਤੇ ਪਤਨੀ ਵੀ ਤੇ ਫਿਰ ਆਪਣੀਆਂ ਗਰਜ਼ਾਂ ਨਾਲ ਜੁੜੀ ਹੋਈ ਹੈ ਨਾ। ਉਹ ਗਰਜ਼ਾਂ ਜਿੱਥੇ ਪੂਰੀਆਂ ਹੁੰਦੀਆਂ ਨਹੀਂ ਲੱਗਦੀਆਂ, ਉੱਥੇ ਸ਼ਿਕਵੇ, ਤੇ ਉਹ ਸ਼ਿਕਵੇ ਜਿਹੜੇ ਨੇ ਉਹ ਸਾਨੂੰ ਫਿਰ ਨਰੜਨ ਵਾਸਤੇ ਹਾਲਾਤ ਬਣਾ ਦਿੰਦੇ ਹੈ। ਨਰੜ ਕੇ ਇੱਕ ਦੂਜੇ ਨਾਲ ਮਜਬੂਰੀ ਵਿੱਚ ਅਸੀਂ ਸਮਾਂ ਕੱਟ ਰਹੇ ਹਾਂ, ਜੋੜੀਆਂ ਬਣ ਕੇ ਨਹੀਂ। ਇਹੀ ਗੱਲ ਮਹਾਰਾਜ ਕਹਿੰਦੇ ਧਾਰਮਿਕ ਖੇਤਰ ਵਿੱਚ, ਤੁਹਾਡੇ ਜੀਵਨ ਵਿੱਚ ਹੈ। ਗੁਰੂ ਨਾਲ ਵੀ ਤੁਸੀਂ ਜੇ ਸਿੱਖ ਵਾਲਾ ਰਿਸ਼ਤਾ ਬਣਾ ਰਿਹਾ ਹੈ, ਤਾਂ ਇੱਥੇ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨਾਲ ਵੀ ਜੇ ਤੁਸੀਂ ਰਿਸ਼ਤਾ ਬਣਾਇਆ ਹੈ, ਜਾਂ ਡਰ ਦੇ ਅਧੀਨ ਬਣਾਇਆ ਜਾਂ ਲਾਲਚ ਦੇ ਅਧੀਨ ਬਣਾਇਆ, ਕੋਈ ਗਰਜ਼ ਪੂਰੀ ਹੁੰਦੀ ਲੱਗੀ ਤੇ ਅਸੀਂ ਕਹਿੰਦੇ ਵਾਹਿਗੁਰੂ ਜੀ ਸ਼ੁਕਰ ਹੈ, ਵਾਹਿਗੁਰੂ ਜੀ ਬਹੁਤ ਚੰਗੇ ਨੇ, ਗੁਰੂ ਸਾਹਿਬ ਬੜੇ ਮਹਾਨ ਨੇ, ਬੜੇ ਕਿਰਪਾ ਨਿਧਾਨ ਨੇ, ਬੜੇ ਮਿਹਰ ਕਰਨ ਵਾਲੇ ਨੇ, ਮਿਹਰਬਾਨ ਨੇ। ਜੇ ਲੋੜ ਪੂਰੀ ਹੁੰਦੀ ਨਹੀਂ ਲੱਗੀ, ਅਰਦਾਸ ਪੂਰੀ ਹੁੰਦੀ ਨਹੀਂ ਲੱਗੀ, ਸ਼ਿਕਵਿਆਂ ਨਾਲ ਭਰ ਗਏ, ਭਾਈ ਜੀ ਨੂੰ ਇੰਨੇ ਰੁਪਈਏ ਵੀ ਦਿੱਤੇ ਸੀ, ਪਾਠ ਵੀ ਕਰਾਏ, ਫਲਾਣਾ ਫਲਾਣਾ ਫਲਾਣਾ,
पर महाराज ने अरदास ही नहीं सुनी। कोई रब रुब है नहीं, इत्थे तक भी चले जाते हैं। फिर गुरु का दर छड्ड के असीं मड़ियां मसाणा ते होर बंदियां दे बंदे बनन वाले पासे भी तुरदे फिरदे रहने हैं। यही खुद गर्जी का प्रमाण, ये नरड़े होने का प्रमाण है। महाराज जदों ये कहते हैं ना हर जेठ जुड़न दा लोड़ी है, तो जुड़न का मतलब ये है मेरे प्यारे नूं की चंगा लगता है, जिहदे नाल मैं संबंध बनाया है, उहदी खुशी किस गल विच है। जपजी साहब जदों असीं पढ़ते हैं, पढ़न तक सुनन तक सीमंत है, पर जदों गुरु नानक साहब कहते हैं कुदरत कवन कहाँ विचार वारिया ना जावा एक वार ते तू कुर्बान होने की गल ना। ये तो अनंत अनंत वारी भी तेरिया इन्हां बख्शिशां दा वरदा मीह देख के, तेरी विस्मादी कौतक तेरी आश्चर्य लीला दे के एक वारी की अनंत वारी कुर्बान होने दी। वारिया ना जावा एक वार जो तुद भावै साई भली कार। मेरा मन मनिया कि नहीं मनिया, इत्थे ही फर्क है ना जी। सामने खड़े ने साईं मियाँ मीर जी, कहते मेरे तो बर्दाश्त नहीं हो रहा। तो धन गुरु अर्जन देव पातशाह कहते तेरा किया मीठा लगा है, बिखम अवस्था है, ये पाना अत्यंत बिखम नहीं मनिया जाता। पर बादशाह कहते मना लेंदे आ वाहिगुरू जी, जे उस वाहिगुरू जी दे नाल जुड़ के जुड़ना, अंदर दे प्यार दा रिश्ता बना के फिर तुसीं चलोगे ना, उहदी प्यार याद तुहानूं तड़पाएगी। पर वो तड़फना जिहड़ा महाराज कहते वो बड़ा मुबारक हुंदा है। उस तड़फनी दे विच बहुत आनंद है। मेरा मन लोचै गुरदर्शन ताई बिलप करे चातरिक की न्याई। वो बिलपना, वो व्याकुल होना, जिथे त्रिखा ना उतरे शांत ना आवे बिन दर्शन संत प्यारे जियो। वो त्रिखा जिहड़ी है महाराज कहते वो जे लग जावे ना, वो भुख जे लग जावे, उत भूख है खाए चलिए दुख। साचा नाम मेरा आधारो, साच नाम आधार मेरा। जिन भुखा सब गवाइयां कर शांत सुख मन आए वसिया। जिन इच्छा सब पुजाइयां। इच्छावां ही सानू बेचैन कर रही ने, भुखा ही सानू भटकना विच चिंता विच पा रही ने। महाराज कहते ऐ जदों भुख लग गई, ये जुड़ना आ गया इस नाम नाल, गरजा करके नहीं। महाराज कहते जदों तुसीं कोई गरज विच आके जुड़न वाले पासे तुरदे हो, तो महाराज कहते ये जेड़ा जुड़ना है, जे इनू तुसीं सदीवी बना लो भाई गरज है कि नहीं है, बस मैं अपने प्यारे नू प्यार करना है, अपने रचनहार नू प्यार करना है, अपने सतगुरु अगे झोली अड्ड के बस यही मंगना महाराज, होर कुछ नहीं चाहिए। देह नाम संतोखिया वेण तुद होर जे मंगना। हुण मुक गईयां मंगा, सिर दुखां कै दुख देह नाम संतोखिया उतरै मन की भुख। महाराज कहते ये जुड़ना है, ये जुड़ना लोड़ींदा है। हर जेठ जुड़ंदा लोड़ी है, जिस अगे सब निवन। हर सज्जन दावन लगियां किसे ना देही बन। महाराज कहते दावन दामन पल्ला वाहिगुरू जी वो सज्जन ने जिन्हां दे लड़ लगियां, जिन्हां दा पल्ला पकड़िया। महाराज कहते तुहाडे जीवन विच कोई बन रुकावट औकड़ ना कोई पा सकता है, ना तुहाडे अंदर रहिंदी है। वो करता पुरख वाहिगुरू दूजियां वल्लों पाईयां रुकावटां मुका दिंदे ने, ते तुहाडे अंदर जिहड़े विकार पए ने, जिहड़े रुकावटां खड़ियां करदे तुहाडे अंदर, वो रुकावटां नूं रोकण वास्ते सच्चे पातशाह कहंदे ये बन लग जांदा है। परमेश्वर दिता बन्ना, दुख रोग का डेरा भरना। रुकावटां बाहरलियां भी मुक जांदियां ने, अंदरलियां भी मुक जांदियां। तुहाडी जीवन यात्रा सच्चे पातशाह कहंदे वाहिगुरू जी दा पल्ला पकड़ के आनंदमई बन जांदी। तुहाडी यात्रा दा एक एक पल जिहड़ा है वो दुख कलेश चिंता तो रहत हो के आनंद दे विच गुजरन लग जांदा है। माणक मोती नाम प्रभ उन लगै नाही सन।
महाराज कहते दुनिया भज्जी फिरदी है, दुनिया के कीमती पदार्थ धन दौलत सुख साधन हीरे मोती जवाहरात होर सुख साधना पिछे भज्जी फिरदी है। प्राप्त भी होंदे है, नाल नाल डराई भी जाते है ये पदार्थ, किते मुकी ना जान, किते कोई खो ना लवे, किते कोई चोरी ना कर लवे, किसी को पता ना लग जाए। सीए नूं कहने आ, फलाणियां नूं कहने आ भाई ये इनकम टैक्स तो बचा लईए, ना पता ना लगे, ऐ ना होवे, भला है ना सब कुछ तमाशा जी। महाराज कहते ये चिंतातुर करन वालियां गल्लां बच जाओगे ये तो जे तुहानूं करता पुरख वाहिगुरू जी का नाम। तो महाराज कहते ये नाम पदार्थ वो है जिहदी तुहानूं फिर छुपाउण दी किसी कोलों जरूरत नहीं पैनी। किसी नूं पता भी लग जाए तो किते टैक्स ही ना लग जाए, कोई नाम सिमरन ते कोई टैक्स नहीं लगता। वाहिगुरू जी दे नाम सिमरन लई तुहानूं कोई सीए नहीं नियुक्त करना पैंदा। इनू किते किसी कोठे विच किसी गहरे खजाने विच दब के रखना नहीं पैंदा। महाराज कहते ना, ये तो बिल्कुल उल्ट गल है। इत्थे ते तुसीं वंडी जाओ, वंडी जाओ, होर वधदा ते तुहाडी पुछ कोई नहीं होंदी, बल्कि पुछ होण दी ते गल पिछे रह गई। तुहाडे बारे पता लग जाए कि वाहिगुरू जी दे नाम दा रसिया है, ये वाहिगुरू जी दा भगत है, ये वाहिगुरू जी नूं प्यार करन वाला है। लोकी तुहानूं संत कह के, तुहानूं भगत कह के, तुहानूं नाम रसिया कह के नमस्कारां करते हैं। हर मन तन वसिया सोई, जय जयकार करे सब कोई। सब अमीर वजीर दुनिया दे वड्डे वड्डे भूमिपति राजे महाराजे गरीब सब तुहाडे अगे झुकदे है, मत्थे टेकदे है। इस भावना दे नाल इस सतपुरुष अगे मत्थे टेकीए, चुकीए, जाके बेनती करिए, पातशाह हे गुरु प्यारिओ, ये नमस्कार तुहानूं करदे आ भगतो, साडे ते भी किरपा करके अपने वांग कोई नाम दा किणका सानू भी बख्श दिओ, सानू भी वाहिगुरू जी कोलों दवा दिओ। साहब जी कहंदे माणक मोती नाम प्रभ उन लगे नाही सन। उन्होंने सन नहीं लगती, उन्होंने कोई चुरा नहीं सकता, तुहाडे कोलों कोई खो नहीं सकता। रंग सभे नारायण है जेते मन भावन। वाहिगुरू जी दे कौतक किस रूप विच हो रहे ने। महाराज कहंदे ऐ क्यों हो गया, ऐ नहीं सी होना चाहिदा, ऐदां ही हो ही जाना चाहिदा सी। साहब जी कहंदे जदों तुसीं वाहिगुरू जी दे नाल प्यार याद वाला रिश्ता बनाउने हो, फिर ये गल्लां हमेशा ही चंगियां लगदियां। जो तुद भावै साई भली कार दा अंदर तुहाडे सुभाਅ पक जांदा है, सोच बन जाती है। रंग सभे नारायण है। वाहिगुरू जी दे सारे रंग सारे कौतक महाराज कहंदे जिन्ने भी वापर रहे ने वो भगतां दे मन नूं वाहिगुरू जी दे प्यारिआं नूं भावन चंगे लगन लग जांदे ने। तुहानूं भी महाराज कहंदे चंगे लगन लग जाणगे, तुहानूं भी वाहिगुरू ते कोई गिला शिकवा नहीं कदी भी आएगा। जो हर लोड़े सो करे सोई जी करन, ये भी समझ आ जाएगी कि वाहिगुरू जी नूं जो चंगा लगदा है ओहो ही मनुखां कोलों कराउंदा है, जो सानू माड़ा चंगा लगदा है। ये सब महाराज कहंदे ना को मूर्ख ना को सियाणा वरतै सब किछ तेरा भाणा। इस करके प्रीति चंद महाराज जी नूं गुरु अर्जन साहब नूं दुश्मन नहीं लगदा, भावें वो जिन्ना मर्जी धरो कमा रहा है, जिन्ना मर्जी दुखी करन दा यतन कर रहा है, परिवार नूं खत्म करन दा यतन कर रहा है, पर गुरु अर्जन पातशाह उहदे प्रति कोई मंद भावना नहीं लियाउंदे, क्योंकि उन्हां नूं वाहिगुरू जी दा कीता होया ये सब कौतक लगदा है। जो प्रभ कीते अपने सेई कईएं धन। वाहिगुरू जी इन्हां नूं अपने बना लैंदे ने, वो वाहिगुरू जी नूं भी धन धन कहंदे है ते वो वाहिगुरू जी नूं धन धन कहंदे है। इस करके दुनिया उन्हां नूं धन धन कहण लग जांदी है। अपन लिया जे मिलै विछड़ क्यों रोवन। हुण इत्थे महाराज कहंदे जदों मैं तुहानूं वाहिगुरू जी दे प्यार दीआं ये गल्लां करदा ना ते तुहाडे अंदर जी ते करन लग जांदा कि असीं भी वाहिगुरू जी दे बणीए। फिर महाराज कहंदे एक गल याद रखिओ, ये चतुराइयां सियाणपां नाल जां देखिआ देखी कुछ औड़ पौड़ करन नाल पई उहने अखंड पाठ कराया, उहने इन्ना उत्थे धन पदार्थ दित्ते, उत्थे उहने इन्ना संगमरमर लवाता ते मैं लवा ला। महाराज कहंदे इदां नहीं हुंदा हुंदा। ये प्यार दे रिश्ते इदां नहीं बनदे हुंदे।
ਇਹ ਤੇ ਦੰਭ ਬੰਦ ਪਖੰਡ, ਇਹ ਮੌਕਾ ਪ੍ਰਸਤੀ ਵਾਲੀਆਂ ਗਰਜ਼ਾਂ ਦੇ ਅਧੀਨ ਕੀਤੇ ਹੋਏ ਕਰਮ ਨੇ, ਦੇਖਾ ਦੇਖੀ ਅਧੀਨ ਕੀਤੇ ਨਾ। ਅੰਦਰ ਦਾ ਰਿਸ਼ਤਾ ਜਿਹੜਾ ਹੈ ਨਾ, ਪਿਆਰ ਦਾ ਰਿਸ਼ਤਾ, ਉਹ ਤੇ ਤੁਹਾਨੂੰ ਆਪ ਪਿਆਸ ਜਗਾ ਕੇ ਆਪਣੇ ਅੰਦਰ, ਤੇ ਫਿਰ ਝੁਕ ਝੁਕ ਕੇ ਬੇਨਤੀਆਂ ਕਰ ਕਰਕੇ, ਤਰਲੇ ਲੈ ਲੈ ਕੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾ। ਇੱਥੇ ਆਪਣੇ ਆਪ ਨੂੰ ਲਿਆ ਕੇ ਫਿਰ ਉਡੀਕਣਾ ਪੈਂਦਾ ਹੈ। ਤਾਂ ਦਾਤਾਰ ਜੀ ਕਹਿੰਦੇ ਇਹ ਬਖਸ਼ਿਸ਼ਾਂ ਫਿਰ ਵਾਹਿਗੁਰੂ ਜੀ ਵੱਲੋਂ ਹੁੰਦੀਆਂ। ਭਈ ਜੇ ਤੁਸੀਂ ਮੇਰੇ ਬਣਨਾ ਚਾਹੁੰਦੇ ਹੋ ਤੇ ਫਿਰ ਮੈਂ ਤੇ ਹੈ ਹੀ ਤੁਹਾਡਾ ਸੀਗਾ। ਬਸ ਇਹ ਆਪਣਤ ਭਰਿਆ ਰਿਸ਼ਤਾ ਤੁਸੀਂ ਬਣਾਉਣਾ ਤੇ ਸਿੱਖ ਲਓ। ਮਹਾਰਾਜ ਕਹਿੰਦੇ ਇੱਦਾਂ ਵਾਹਿਗੁਰੂ ਜੀ ਦੇ ਨਾਲ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਇਹ ਰਿਸ਼ਤੇ ਅੰਦਰ ਦੇ ਬਣ ਜਾਂਦੇ ਨੇ। ਆਪਨ ਲਿਆ ਜੇ ਮਿਲੇ ਵਿਛੜ ਕਿਉਂ ਰੋਵਾਂ। ਇੱਕ ਗੱਲ ਯਾਦ ਰੱਖੇ, ਚਤੁਰਾਈਆਂ ਨਾਲ ਨਹੀਂ ਬਣਦੇ ਰਿਸ਼ਤੇ। ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਯਤਨ ਕਰਨਾ ਹੈ, ਉਦਮ ਕਰਨਾ ਹੈ, ਪਰ ਇਹ ਭਰੋਸੇ ਨਾਲ ਉਦਮ ਕਰੋ, ਕਰਾਵੋ ਠਾਕੁਰ ਪਾਤਸ਼ਾਹ। ਤੁਸੀਂ ਕਰਾ ਲਓਗੇ ਮੇਰੇ ਕੋਲੋਂ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉਠਾ ਕੇ, ਆਪ ਤੁਸੀਂ ਸਿਮਰਨ ਵਿੱਚ ਜੋੜ ਲਓਗੇ ਤੇ ਜੋੜਾਂਗਾ, ਨਹੀਂ ਤੇ ਮੈਂ ਤੇ ਕਦੀ ਕਾਮ ਨਾਲ, ਕਦੀ ਕ੍ਰੋਧ ਨਾਲ, ਕਦੀ ਈਰਖਾਵਾਂ ਨਾਲ, ਕਦੀ ਚੰਚਲ ਹੋਇਆ ਪਿਆ ਮਨ, ਮੈਂ ਕਿੱਥੇ ਜੁੜ ਸਕਦਾ। ਜੋੜ ਲਓ ਪਾਤਸ਼ਾਹ। ਇਹ ਬੇਨਤੀਆਂ ਮਹਾਰਾਜ ਕਹਿੰਦੇ ਜਦੋਂ ਕਰਨੀਆਂ ਆ ਜਾਣ, ਫਿਰ ਕੋਈ ਵੀ ਬੰਦਾ ਇਹ ਦਾਤ ਪ੍ਰਾਪਤ ਕਰ ਸਕਦਾ। ਚਤੁਰਾਈਆਂ ਸਿਆਣਪਾਂ ਨਾਲ ਜੇ ਮਹਾਰਾਜ ਕਹਿੰਦੇ ਮਿਲਣਾ ਹੁੰਦਾ, ਫਿਰ ਬੰਦੇ ਵਿਛੜ ਕੇ ਰੋਂਦੇ ਕਿਉਂ? ਕਿਹਨੂੰ ਰੋਣਾ ਚੰਗਾ ਲੱਗਦਾ? ਪਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਮਿਹਰ ਨਾਲ ਹੀ ਇਹ ਰੋਣਾ ਜਿਹੜਾ ਹੈ ਉਹ ਰੂਹਾਨੀ ਖੁਸ਼ੀ ਵਿੱਚ ਬਦਲਦਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਤਰੀਕਾ ਦੱਸਦੇ ਹੈ ਗੁਰੂ ਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਵਿੱਚ ਨਿਰੰਤਰ ਬੈਠੋਗੇ, ਉਹਨਾਂ ਨੂੰ ਜੁੜੇ ਦੇਖੋਗੇ, ਉਹਨਾਂ ਨੂੰ ਮਸਤੀ ਵਿੱਚ, ਆਨੰਦ ਵਿੱਚ, ਟਿਕਾਓ ਵਿੱਚ ਦੇਖੋਗੇ, ਰੀਸ ਕਰਨ ਨੂੰ ਜੀ ਕਰੇਗਾ। ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਮਹਾਰਾਜ ਕਹਿੰਦੇ ਉਹ ਰੰਗ ਮਾਣਦੇ ਹੈ ਉਹਨਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ। ਤੁਹਾਨੂੰ ਵੀ ਰੰਗ ਮਾਣਨਾ, ਪਿਆਰ ਦਾ ਰੰਗ ਮਾਣਨਾ, ਖੁਸ਼ੀ ਮਾਣਨੀ ਆ ਜਾਏਗੀ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਇਹ ਤਪਸ਼ ਭਰਿਆ ਮਹੀਨਾ, ਇਹ ਲੰਘ ਰਿਹਾ ਸਮਾਂ। ਮਹਾਰਾਜ ਕਹਿੰਦੇ ਆਨੰਦ ਵਾਲਾ, ਠੰਡਕ ਵਾਲਾ ਹੋ ਸਕਦਾ ਜੇ ਮੱਥੇ ਦੇ ਭਾਗ ਜਾਗ ਪੈਣ। ਮੱਥੇ ਦੇ ਭਾਗ ਜਾਗਣ ਵਾਸਤੇ ਮਹਾਰਾਜ ਕਹਿੰਦੇ ਇਹੀ ਤਰੀਕਾ। ਆਓ ਬੈਠੋ। ਅੱਜ ਮਨ ਨਹੀਂ ਮੰਨਦਾ, ਕੋਈ ਗੱਲ ਨਹੀਂ, ਫਿਰ ਵੀ ਆਉਣਾ ਜਾਰੀ ਰੱਖੋ, ਬੈਠਣਾ ਸਤਸੰਗੀਆਂ ਨਾਲ ਜਾਰੀ ਰੱਖੋ, ਗੁਰੂ ਕੋਲ ਆਉਣਾ, ਗੁਰੂ ਦੇ ਬਚਨ ਸੁਣਨੇ, ਪੜ੍ਹਨੇ, ਗਾਉਣੇ, ਵਿਚਾਰਨੇ ਜਾਰੀ ਰੱਖੋ। ਕੋਈ ਸੁਲੱਖਣੀ ਘੜੀ ਕਿਸੇ ਦਿਨ ਆ ਜਾਏਗੀ ਜਦੋਂ ਮਿਹਰਾਂ ਦਾ ਮੀਂਹ ਵਰਦਿਆਂ ਅੰਦਰੋਂ ਡਰ, ਲਾਲਚ ਦੀ ਬਿਰਤੀ ਦੀ ਬਜਾਏ ਨਿਸ਼ਕਾਮ ਪਿਆਰ ਦੀ ਬਿਰਤੀ ਜਾਗ ਪਏਗੀ, ਤੇ ਅੰਦਰੂਨੀ ਪਿਆਰ ਦਾ ਰਿਸ਼ਤਾ ਸਾਨੂੰ ਵਾਹਿਗੁਰੂ ਜੀ ਦੀ ਮਿਹਰ ਦਾ ਪਾਤਰ ਬਣਾ ਕੇ ਆਨੰਦਮਈ ਜੀਵਨ ਦਾ ਭਾਗੀ ਬਣਾ ਦੇਗਾ। ਮਹਾਰਾਜ ਰਹਿਮਤ ਕਰਨ। ਐਸੀ ਬਖਸ਼ਿਸ਼ ਭਰੀ ਅਵਸਥਾ ਦਾਤ ਗੁਰੂ ਦਰ 'ਤੇ ਆਉਂਦਿਆਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕੇ। ਇੰਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।